ਅਤੀ ਸਤਿਕਾਰਤ ਸਰੋਤਿਓ, ਤੁਹਾਡਾ ਸਾਡੇ ਚੈਨਲ ਲਿਸਨ ਐਂਡ ਲਰਨ ਵਿੱਚ ਸਵਾਗਤ ਹੈ ਜੀ। ਪੇਸ਼ ਹੈ ਜੀ ਨਾਨਕ ਸਿੰਘ ਹੋਣਾ ਦਾ ਪ੍ਰਸਿੱਧ ਨਾਵਲ ਚਿੱਟਾ ਲਹੂ, ਜਿਸ ਨੂੰ ਪ੍ਰਕਾਸ਼ਿਤ ਕੀਤਾ ਹੈ ਲੋਕ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਨੇ। ਆਓ ਦੇਖਦੇ ਹਾਂ ਅਗਲੇ ਐਪੀਸੋਡ ਵਿੱਚ ਕੀ ਵਾਪਰਦਾ ਹੈ। ਬਾਬਾ ਰੋਡੂ ਜਦ ਸੰਧਿਆ ਨੂੰ ਮੰਗ ਪਿੰਨ ਕੇ ਘਰ ਮੁੜ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਖਿਆਲ ਆਇਆ ਜੋ ਸੁੰਦਰੀ ਲਈ ਕਿੰਨੇ ਹੀ ਦਿਨਾਂ ਤੋਂ ਕੁਝ ਨਹੀਂ ਸੀ ਲਿਆਂਦਾ। ਉਸਨੇ ਪੱਗ ਦਾ ਲੜ ਲਾਇਆ, ਉਸਦੇ ਪੱਲਿਓਂ 3 ਧੇਲੇ ਤੇ 1 ਪੈਸਾ ਨਿਕਲਿਆ। ਫਿਰ ਉਸਨੇ ਤਹਿਮਤ ਦੀ ਕੰਨੀ ਫਰੋਲੀ ਤੇ ਫਿਰ ਥੈਲੇ ਵਿੱਚੋਂ ਇੱਕ ਪਾਟੀ ਹੋਈ ਲੀਰ ਦੀ ਗੰਢ ਕੱਢੀ। ਇੱਕ ਥੜੇ ਤੇ ਬੈਠ ਕੇ ਉਸਨੇ ਸਾਰੇ ਪੈਸੇ ਗਿਣੇ ਜੋ 3 ਕੁ ਆਨੇ ਬਣੇ। ਉਹ ਕਿੰਨਾ ਹੀ ਚਿਰ ਬੈਠਾ ਬੈਠਾ ਸੋਚਦਾ ਰਿਹਾ ਕਿ ਇਹਨਾਂ ਪੈਸਿਆਂ ਦਾ ਕੀ ਲਵੇ। ਅਖੀਰ ਉਸ ਨੂੰ ਖਿਆਲ ਆਇਆ ਕਿ ਸੁੰਦਰੀ ਰੋਜ਼ ਵਾਜਾ ਲੈਣ ਲਈ ਜਿੱਦ ਕਰਦੀ ਹੁੰਦੀ ਸੀ। ਉਹ ਮੁਨਿਆਰੀ ਵਾਲੇ ਦੀ ਹੱਟੀ ਗਿਆ। 2 ਆਨਿਆਂ ਦਾ ਉਹਨੇ ਵਾਜਾ ਲਿਆ ਤੇ ਹਲਵਾਈ ਪਾਸੋਂ ਟਕੇ ਦੀ ਬਰਫੀ ਲੈ ਕੇ ਕਾਹਲੀ ਕਾਹਲੀ ਘਰ ਪੁੱਜਾ। ਘਰ ਜਾ ਕੇ ਬਾਂਦਰੀ ਨੂੰ ਉਸਨੇ ਬੂਹੇ ਪਾਸ ਛੱਡ ਦਿੱਤਾ ਤੇ ਆਪ ਸੁੰਦਰੋ ਸੁੰਦਰੋ ਆਵਾਜ਼ਾਂ ਦਿੰਦਾ ਅੰਦਰ ਵੜਿਆ। ਪਰ ਹੋਰ ਦਿਨਾਂ ਦੇ ਉਲਟ ਅੱਜ ਸੁੰਦਰੀ ਉਸ ਨੂੰ ਕਿਤੇ ਨਾ ਦਿਸੀ। ਜਿਹੜੀ ਪਹਿਲਾਂ ਰੋਜ਼ ਹੀ ਅਗਲਵਾਂਡੀ ਉਸ ਨੂੰ ਆ ਕੇ ਮਿਲਦੀ ਸੀ, ਉਹ ਛੇਤੀ ਨਾਲ ਅੰਦਰੋਂ ਬਾਹਰ ਆਇਆ। ਇੱਧਰ ਉੱਧਰ ਤੱਕਿਆ, ਕਈ ਆਵਾਜ਼ਾਂ ਦਿੱਤੀਆਂ, ਪਰ ਸੁੰਦਰੀ ਦਾ ਕੋਈ ਉਸ ਨੂੰ ਪਤਾ ਨਾ ਲੱਗਾ। ਉਹ ਗੁੱਸੇ ਨਾਲ ਤਿਲ ਮਿਲਾ ਉੱਠਿਆ। ਇਸ ਗੁੱਸੇ ਵਿੱਚ ਕਿੰਨਾ ਪਿਆਰ, ਕਿੰਨੀ ਸਿੱਖ ਤੇ ਕਿਤਨੀ ਬੇਸਬਰੀ ਰਲੀ ਹੋਈ ਸੀ, ਇਸ ਦਾ ਅਨੁਮਾਨ ਕਰਨਾ ਔਖਾ ਹੈ। ਉਹ ਕਾਲੀ ਕਾਲੀ ਜਦ ਛੰਨ ਦੇ ਪਿਛਲੇ ਪਾਸੇ ਗਿਆ ਤਾਂ ਉਸਨੇ ਡਿੱਠਾ ਸੁੰਦਰੀ ਇੱਕ ਮੰਜਾ ਖੜਾ ਕਰਕੇ ਉਸ ਤੇ ਪਛਵਾੜੀ ਬੈਠੀ ਉਂਗਲ ਨਾਲ ਭੂੰ ਤੇ ਕੁਝ ਲਿਖ ਰਹੀ ਸੀ। ਵਿਚਾਰੇ ਰੋਡੂ ਦਾ ਸਾਹ ਮੁੜਿਆ। ਰੋਡੂ ਨੂੰ ਤੱਕਦਿਆਂ ਹੀ ਸੁੰਦਰੀ ਨੂੰ ਸਭ ਲਿਖਣਾ ਭੁੱਲ ਗਿਆ ਤੇ ਉਹ ਪਿਆਰ ਨਾਲ ਮੁਸਕਰਾਉਂਦੀ ਹੋਈ ਉਸ ਦੇ ਲੱਕ ਨੂੰ ਜੱਫੀ ਪਾ ਕੇ ਉਸ ਨੂੰ ਆਪਣੇ ਵੱਲ ਖਿੱਚਦੀ ਹੋਈ ਬੋਲੀ, ਬਾਬਾ ਆ ਤੈਨੂੰ ਕੁਝ ਦਿਖਾਵਾਂ, ਉਰੇ ਆ, ਛੇਤੀ ਹੋ ਵੇਖ ਇੱਧਰ। ਤੇ ਉਸਨੇ ਰੋਡੂ ਨੂੰ ਉੱਥੇ ਹੀ ਲਿਆ ਬਿਠਾਇਆ। ਫਿਰ ਉਸ ਦੀ ਪਿੱਠ ਵੱਲ ਹੋ ਕੇ ਦੋਹਾਂ ਹੱਥਾਂ ਦੀਆਂ ਤਲੀਆਂ ਨਾਲ ਉਸ ਦੇ ਚਿਹਰੇ ਨੂੰ ਥਾਪੜਦੀ ਹੋਈ ਬੋਲੀ, ਐ ਵੇਖ ਬਾਬਾ ਇੱਧਰ। ਤੇ ਆਪ ਉਸ ਦੇ ਸਾਹਮਣੇ ਆ ਕੇ ਇਸ ਤਰ੍ਹਾਂ ਭੁੜਕਣ ਲੱਗ ਪਈ ਉਸਨੇ ਕੋਈ ਰੁਪਈਆਂ ਦਾ ਭਰਿਆ ਹੋਇਆ ਕੁੱਜਾ ਲੱਭ ਲਿਆਂਦਾ ਹੋਵੇ। ਰੋਡੂ ਉਸ ਦੀ ਚੰਚਲ ਬਾਲ ਲੀਲਾ ਤੇ ਮੁਗਧ ਹੋ ਰਿਹਾ ਸੀ। ਉਸਨੇ ਪਿਆਰ ਨਾਲ ਉਸ ਨੂੰ ਆਪਣੇ ਵੱਲ ਖਿੱਚ ਕੇ ਤੇ ਉਸ ਦਾ ਸਿਰ ਚੁੰਮ ਕੇ ਕਿਹਾ, ਇਹ ਕੀ ਚੀਜ਼ ਬਲੋਲੇ ਵਾਹਣ ਡਈ ਹੋਈ ਹੈ ਪੁੱਤ। ਸੁੰਦਰੀ ਨੇ ਉਸ ਪਾਸੋਂ ਆਪਣੇ ਆਪ ਨੂੰ ਛਡਾ ਕੇ ਤੇ ਅੱਖਰਾਂ ਵੱਲ ਉਸ ਦਾ ਧਿਆਨ ਦਿਵਾਉਂਦਿਆਂ ਹੋਇਆਂ ਕਿਹਾ, ਹਾਂ ਚੀਚ ਬਲੋਲੇ, ਉਹ ਵੇਖ ਖਾਂ ਬਾਬਾ, ਉਹ ਊੜਾਈ ਤੇ ਆ ਵੇਖ ਸੱਸਾ ਤੇ ਨਾਲੇ ਆਈ। ਸੋਚ ਸੋਚ ਕੇ ਠਹਿਰ ਜਾ, ਮੈਨੂੰ ਨਾ ਹੀ ਭੁੱਲ ਗਿਆ। ਆਹੋ ਇਹਨੂੰ ਕਹਿੰਦੇ ਹੀ ਪੱਪਾ। ਰੋਡੂ ਵਿਚਾਰਾ ਕੀ ਜਾਣੇ ਬਲਾ ਸੱਸਾ ਕੀ ਹੁੰਦਾ ਏ ਤੇ ਪੱਪਾ ਕਿਸ ਨੂੰ ਕਹਿੰਦੇ ਨੇ। ਉਹ ਹੱਸਦਾ ਹੋਇਆ ਬੋਲਿਆ, ਨੀ ਵਾਹ ਨੀ ਮੇਰੀ ਪੜਾਕੋ, ਤੇ ਪੁੱਤ ਤੈਨੂੰ ਕੀ ਪਤਾ ਕਿੱਦਾਂ ਲਿਖੀਦਾ ਏ। ਆਹੋ ਬਾਬਾ, ਉਹ ਇੱਦਾਂ ਹੀ ਲਿਖਦੀਆਂ ਸੀ ਕਿ ਕੌਣ? ਉਹ ਕੁੜੀਆਂ। ਹੋਰ ਕੌਣ? ਕਿਹੜੀਆਂ ਕੁੜੀਆਂ? ਉਹ ਜਿਹੜੀਆਂ ਗੁਰਦੁਆਰੇ ਪੜ੍ਹਦੀਆਂ ਨੇ। ਤੇ ਪੁੱਤ ਤੈਨੂੰ ਕੀ ਪਤਾ ਜੋ ਇੱਦਾਂ ਲਿਖਦੀਆਂ ਨੇ? ਮੈਨੂੰ ਪਤਾ ਏ ਕਿ ਮੈਂ ਤੇ ਰੋਜ਼ ਵਹਿੰਦੀ ਹੁੰਦੀ ਆ। ਅੱਜ ਵੀ ਵੇਖਿਆ ਸੀ ਜਦੋਂ ਰੂੜੀ ਤੇ ਕੂੜਾ ਸੁੱਟਣ ਗਈ ਸਾਂ ਨਾ, ਉਹ ਪਈਆਂ ਲਿਖਦੀਆਂ ਸਨ। ਫਿਰ ਪਈਆਂ ਲਿਖਣ ਤੈਨੂੰ ਕੀ? ਬੱਚਿਆਂ ਵਾਲੀ ਜਿੱਦ ਕਰਕੇ ਤੇ ਰੋਣਾ ਮੂੰਹ ਬਣਾ ਕੇ ਉਹ ਮੱਛਰਦੀ ਹੋਈ ਨਾ ਬਾਬਾ ਮੈਂ ਵੀ ਲਿਖਿਆ ਕਰੂੰ। ਹੱਸਦਿਆਂ ਹੱਸਦਿਆਂ ਤੇ ਕੁਝ ਉਦਾਸੀ ਦੇ ਭਾਵ ਨਾਲ ਰੋਡੂ ਉਸ ਦੀ ਠੋਡੀ ਫੜ ਕੇ ਬੋਲਿਆ, ਵੇਖਾਂ ਵੱਡੀ ਪੜਾਕੋ, ਸਦਾਣੇ ਲਿਖਣਾ ਪੜ੍ਹਨਾ ਕੋਈ ਸਾਡਾ ਕੰਮ ਹੈ। ਸੁੰਦਰੀ ਨੇ ਦਿਲ ਵਿੱਚ ਨਿਰਾਸ਼ਤਾ ਜਿਹੀ ਛਾ ਗਈ ਤੇ ਪ੍ਰਸ਼ਨ ਭਰੀ ਨਜ਼ਰ ਨਾਲ ਉਸ ਵੱਲ ਤੱਕਦੀ ਹੋਈ ਬੋਲੀ, ਤੇ ਹੋਰ ਕਿਹਦਾ ਕੰਮ ਹੈ ਪੁੱਤ? ਉਹ ਤੇ ਹੋਈਆਂ ਸਰਦਾਰਾਂ ਮਹਾਜਨਾਂ ਦੀਆਂ ਕੁੜੀਆਂ ਤੇ ਅਸੀਂ ਹੋਏ ਗਰੀਬ ਮੰਗਤੇ। ਸਾਨੂੰ ਕੀ ਲੱਗੇ ਭਲਾ ਇਹੋ ਜਿਹੇ ਕੰਮਾਂ ਨਾਲ? ਮੰਗਤੇ ਨਹੀਂ ਪੜਿਆ ਕਰਦੇ। ਇਹ ਸੁਣ ਕੇ ਵਿਚਾਰੀ ਸੁੰਦਰੀ ਦੇ ਚਿਹਰੇ ਤੇ ਵਧੇਰੇ ਨਿਰਾਸ਼ਤਾ ਛਾ ਗਈ ਤੇ ਉਹ ਸੋਚਣ ਲੱਗੀ, ਮੈਂ ਸੱਚਮੁੱਚ ਹੀ ਬੜਾ ਅਜੋਗ ਕੰਮ ਕੀਤਾ ਹੈ। ਪਰ ਬਾਲਾਂ ਵਾਲੀ ਜਿੱਦ ਤੇ ਪਿੱਟਦੀ ਹੋਈ ਫਿਰ ਬੋਲੀ, ਤੇ ਬਾਬਾ ਸਾਨੂੰ
ਸਾਥੋਂ ਨਹੀਂ, ਅਸੀਂ ਸਾਥੋਂ ਨਹੀਂ ਪੜ੍ਹੀਦਾ। ਪੁੱਤ ਡਾਢਿਆਂ ਦਾ ਸੁਣਿਆ ਨਹੀਂ ਓ, ਸੱਤੀ ਵੀ 100 ਹੁੰਦਾ ਏ। ਉਹ ਕਹਿੰਦੇ ਹੁੰਦੇ ਨੇ ਜੇ ਕਮੀਣ ਜਾਤਾਂ ਵੀ ਪੜ੍ਹ ਗਈਆਂ ਤਾਂ ਉਹਨਾਂ ਦੇ ਕੰਮ ਧੰਦੇ ਕੌਣ ਕਰਿਆ ਕਰੂ। ਕੁੜੀ ਦਾ ਦਿਲ ਫਿਰ ਵੀ ਨਾ ਮੰਨਿਆ। ਉਹ ਅੜੀ ਕਰਦੀ ਹੋਏ ਬੋਲੀ, ਨਾ ਬਾਬਾ, ਮੈਂ ਲਿਖਿਆ ਕਰੂੰ, ਅੰਦਰ ਬਹਿ ਕੇ ਲਿਖ ਲਿਆ ਕਰੂੰ। ਉਹਨਾਂ ਨੂੰ ਕੀ ਪਤਾ ਲੱਗਣਾ ਏ। ਦਿਨੇ ਜਦੋਂ ਕੂੜਾ ਸੁੱਟਣ ਜਾਇਆ ਕਰੂੰ ਉੱਥੇ ਕੁੜੀਆਂ ਦੇ ਅੱਖਰ ਵੇਖ ਲਿਆ ਕਰੂੰ, ਤੇ ਰਾਤ ਨੂੰ। ਵਿੱਚੋਂ ਹੀ ਰੋਡੂ ਬੋਲਿਆ, ਚੱਲ ਛੱਡ ਪਰੇ ਵਿਹਲੀਆਂ ਗੱਲਾਂ ਨੂੰ, ਲੈ ਫੜ। ਤੇ ਉਸਨੇ ਵਾਜਾ ਤੇ ਮਠਿਆਈ ਦਾ ਡੂਨਾ ਉਸਦੇ ਹੱਥ ਫੜਾ ਦਿੱਤਾ। ਉਹੀ ਵਾਜਾ ਜਿਸ ਦੀ ਮੰਗ ਉਹ ਲਗਾਤਾਰ ਕਈ ਹਫ਼ਤਿਆਂ ਤੋਂ ਕਰ ਰਹੀ ਸੀ, ਉਸਨੂੰ ਮਿਲ ਗਿਆ। ਰੋਡੂ ਦਾ ਖਿਆਲ ਸੀ ਕਿ ਸੁੰਦਰੀ ਵਾਜਾ ਲੈ ਕੇ ਸਿੱਧੀਆਂ ਪੁੱਠੀਆਂ ਛਾਲਾਂ ਮਾਰੇਗੀ, ਪਰ ਸੁੰਦਰੀ ਨੇ ਲਾਪਰਵਾਹੀ ਨਾਲ ਦੋਵੇਂ ਚੀਜ਼ਾਂ ਫੜੀਆਂ ਤੇ ਉਵੇਂ ਹੀ ਅੰਦਰ ਜਾ ਕੇ ਇੱਕ ਨੁੱਕਰੇ ਰੱਖ ਆਈ। ਉੱਧਰ ਬਚਨ ਸਿੰਘ ਰੋਜ਼ ਹੀ ਨੇਮ ਨਾਲ ਗਿਆਨੀ ਹੋਰਾਂ ਪਾਸ ਜਾ ਬਹਿੰਦਾ ਤੇ ਹਰ ਰੋਜ਼ ਕਈ ਵੱਖੋ ਵੱਖਰੇ ਵਿਸ਼ਿਆਂ ਤੇ ਦੋਹਾਂ ਦੀ ਚਰਚਾ ਹੁੰਦੀ ਰਹਿੰਦੀ ਸੀ। ਬਚਨ ਸਿੰਘ ਨੂੰ ਇਸ ਚਰਚਾ ਵਿੱਚੋਂ ਬੜਾ ਆਨੰਦ ਆਉਂਦਾ ਸੀ। ਗਿਆਨੀ ਜੀ ਦੇ ਸਤਸੰਗ ਨਾਲ ਉਸਦੀ ਕਾਇਆ ਦਿਨੋਂ ਦਿਨ ਪਲਟਣ ਲੱਗੀ ਤੇ ਉਸਦੇ ਜੀਵਨ ਪ੍ਰਵਾਹ ਦਾ ਰੁੱਖ ਕਿਸੇ ਹੋਰ ਪਾਸੇ ਮੁੜਨ ਲੱਗਾ। ਹਰ ਰੋਜ਼ ਉਹ ਵੇਖਦਾ, ਉਹ ਕੁੜੀ ਵਣ ਛਿੱਟੀਆਂ ਦੀ ਟੁੱਟੀ ਹੋਈ ਟੋਕਰੀ ਹੱਥ ਵਿੱਚ ਲਮਕਾਈ ਤੇ ਕਦੇ ਸਿਰ ਤੇ ਚੁੱਕੀ, ਕਿੰਨਾ ਕਿੰਨਾ ਚਿਰ ਵਿਹੜੇ ਦੇ ਬਾਹਰਲੇ ਬੂਹੇ ਪਾਸ ਖਲੋਤੀ ਮੁੰਡਿਆਂ ਕੁੜੀਆਂ ਦੀ ਲਿਖਾਈ ਵਹਿੰਦੀ ਰਹਿੰਦੀ। ਇੱਕ ਦਿਨ ਦੁਪਹਿਰ ਵੇਲੇ ਜਦੋਂ ਗੁਰਦੁਆਰੇ ਆਇਆ ਤਾਂ ਅੱਗੇ ਗਿਆਨੀ ਹੋਰਾਂ ਮੁੰਡਿਆਂ ਕੁੜੀਆਂ ਨੂੰ ਪੜ੍ਹਨ ਦੀ ਤਕੜਾਈ ਕਰਕੇ ਕਿਤੇ ਜਾਣ ਲਈ ਤਿਆਰ ਖੜੇ ਸਨ। ਬਚਨ ਸਿੰਘ ਨੇ ਆਉਂਦਿਆਂ ਹੀ ਪੁੱਛਿਆ, ਅੱਜ ਕਿੱਧਰ ਤਿਆਰੀ ਕਰ ਰਹੇ ਹੋ? ਤੁਹਾਨੂੰ ਹੀ ਉਡੀਕ ਰਿਹਾ ਸਾਂ, ਕੱਪੜੇ ਮੈਲੇ ਹੋਏ ਪਏ ਨੇ। ਮੈਂ ਆਖਿਆ ਖੂਹ 'ਤੇ ਜਾ ਕੇ ਧੋ ਲਿਆਵਾਂ। ਮੇਰੀ ਮਰਜ਼ੀ ਸੀ, ਜੇ ਤੁਸੀਂ ਵੀ ਨਾਲ ਚੱਲਦੇ ਤਾਂ ਚੰਗਾ ਹੁੰਦਾ, ਸੈਰ ਸਪਾਟਾ ਹੋ ਜਾਂਦਾ। ਚਲੋ ਫਿਰ, ਕਹਿ ਕੇ ਬਚਨ ਸਿੰਘ ਨਾਲ ਹੋ ਤੁਰਿਆ। ਦੋਵੇਂ ਜਦ ਬੂਹਿਓਂ ਬਾਹਰ ਨਿਕਲੇ ਤਾਂ ਉਹੀ ਕੁੜੀ ਕੂੜੇ ਵਾਲੀ ਖਾਲੀ ਟੋਕਰੀ ਇੱਕ ਪਾਸੇ ਰੱਖ ਕੇ ਕੰਧ ਵੱਲ ਮੂੰਹ ਕੀਤੀ ਉਂਗਲ ਨਾਲ ਜ਼ਮੀਨ ਉੱਤੇ ਕੁਝ ਲਿਖ ਰਹੀ ਸੀ। ਉਸ ਦੇ ਕੋਲ ਕਾਗਜ਼ ਦਾ ਇੱਕ ਪਾਟਾ ਹੋਇਆ ਟੁਕੜਾ ਸੀ ਜਿਸ ਤੋਂ ਵੇਖ ਕੇ ਉਹ ਲਿਖਦੀ ਜਾਂਦੀ ਸੀ। ਉਸ ਦੇ ਮੋਤੀਆਂ ਵਰਗੇ ਸੁੰਦਰ ਅੱਖਰ ਜੋ ਬਿਲਕੁਲ ਛਾਪੇ ਦੇ ਮਾਲੂਮ ਹੁੰਦੇ ਸਨ, ਵੇਖ ਕੇ ਦੋਵੇਂ ਹੈਰਾਨ ਰਹਿ ਗਏ। ਕਾਗਜ਼ ਬਾਲ ਬੋਧ ਦਾ ਪਹਿਲਾ ਵਰਕਾ ਸੀ ਜਿਸ ਉੱਤੇ ਮੋਟੇ ਅੱਖਰਾਂ ਵਿੱਚ ਊੜੇ ਐੜੇ ਦੀ 35 ਲਿਖੀ ਹੋਈ ਸੀ। ਕਾਗਜ਼ ਰੱਦੀ ਤੇ ਪਾਟਾ ਹੋਇਆ ਸੀ। ਕੁੜੀ ਨੇ ਉਸ ਦੇ ਹਾਸ਼ੀਏ ਨੂੰ ਆਟੇ ਦੀ ਲੇਵੀ ਨਾਲ ਲੀਰਾਂ ਚਿਪਕਾਈਆਂ ਹੋਈਆਂ ਸਨ ਤੇ ਉਸ ਨੂੰ ਇਤਨੀ ਕੋਮਲਤਾ ਨਾਲ ਫੜ ਕੇ ਰੱਖਦੀ ਸੀ ਜਿਵੇਂ ਕੋਈ ਸ਼ਾਹੀ ਹੁਕਮਨਾਮਾ ਹੋਵੇ। ਦੋਵੇਂ ਕਈ ਮਿੰਟ ਖੜੇ ਉਸ ਦੀ ਲਿਖਾਈ ਬਾਰੇ ਇੱਕ ਦੂਜੇ ਵੱਲ ਵੇਖ ਵੇਖ ਕੇ ਹੈਰਾਨੀ ਪ੍ਰਗਟ ਕਰਦੇ ਰਹੇ। ਜਦ ਕੁੜੀ ਨੇ ਸਭ ਤੋਂ ਛੇਕੜਲਾ ਵਰਣ ਲਿਖਣ ਲਈ ਕਾਗਜ਼ ਵੱਲ ਤੱਕਿਆ ਤਾਂ ਝੱਟ ਉਸ ਦੀ ਨਜ਼ਰ ਸਿਰ 'ਤੇ ਖੜੇ ਦੋਹਾਂ ਬੰਦਿਆਂ 'ਤੇ ਪਈ। ਉਹ ਇਤਨੀ ਡਰੀ, ਇਤਨੀ ਸਹਿਮੀ ਕਿ ਟੋਕਰੀ ਨੂੰ ਉੱਥੇ ਹੀ ਛੱਡ ਕੇ ਉੱਠ ਨੱਸੀ। ਉਸ ਦੀ ਤੇਜ਼ ਬੁੱਧੀ ਤੇ ਇਤਨੀ ਸੁੰਦਰ ਲਿਖਾਈ ਵੇਖ ਕੇ ਦੋਵੇਂ ਗਦਗਦ ਹੋ ਗਏ। ਕੁੜੀ ਅਜੇ 5-4 ਕਦਮ ਹੀ ਗਈ ਹੋਵੇਗੀ ਕਿ ਗਿਆਨੀ ਜੀ ਨੇ ਆਵਾਜ਼ ਦਿੱਤੀ, ਕੁੜੀਏ। ਆਵਾਜ਼ ਸੁਣ ਕੇ ਪਹਿਲਾਂ ਤਾਂ ਕੁੜੀ ਦੀ ਸਲਾਹ ਹੋਈ ਕਿ ਨੱਸੀ ਜਾਵੇ, ਪਰ ਲੱਤਾਂ ਨੇ ਉਸ ਦਾ ਸਾਥ ਨਾ ਦਿੱਤਾ ਤੇ ਉਹਨਾਂ ਹੀ ਕਦਮਾਂ 'ਤੇ ਖਲੋ ਗਈ। ਇੰਨੇ ਨੂੰ ਗਿਆਨੀ ਜੀ ਨੇ ਦੂਸਰੀ ਆਵਾਜ਼ ਦਿੱਤੀ, ਪੁੱਤਰ ਨਾ ਡਰ, ਮੈਂ ਤੈਨੂੰ ਮਾਰਦਾ ਨਹੀਂ, ਉਰੇ ਆ, ਮੇਰੀ ਗੱਲ ਸੁਣ। ਕੁੜੀ ਦੀ ਜਾਨ ਵਿੱਚ ਜਾਨ ਆਈ ਤੇ ਉਹ ਸਿਰ ਨੀਵਾਂ ਕੀਤੀ ਮੁਜਰਮ ਦੀ ਤੋਰ ਤੁਰਦੀ ਹੌਲੀ ਹੌਲੀ ਉਹਨਾਂ ਦੇ ਸਾਹਮਣੇ ਆ ਕੇ ਖਲੋ ਗਈ। ਗਿਆਨੀ ਜੀ ਨੇ ਪਿਆਰ ਨਾਲ ਪੁੱਛਿਆ, ਕਾਕੋ, ਇਹ ਅੱਖਰ ਲਿਖਣੇ ਤੂੰ ਕਿੱਥੋਂ ਸਿੱਖੇ ਨੇ? ਕੁੜੀ ਫੇਰ ਕੰਬ ਉੱਠੀ। ਉਹ ਸਮਝ ਗਈ ਕਿ ਚੋਰ ਨੂੰ ਚੋਰੀ ਦਾ ਇਕਬਾਲ ਕਰਾਉਣ ਲਈ ਹੀ ਇਹ ਢੰਗ ਵਰਤਿਆ ਜਾ ਰਿਹਾ ਹੈ। ਗਿਆਨੀ ਜੀ ਦੀ ਗੱਲ ਦਾ ਉਸ ਨੂੰ ਕੋਈ ਜਵਾਬ ਨਾ ਔੜਿਆ। ਗਿਆਨੀ ਜੀ ਨੇ ਉਸ ਦੇ ਸਿਰ 'ਤੇ ਹੱਥ ਫੇਰਦਿਆਂ ਹੋਇਆਂ ਉਸ ਨੂੰ ਹੋਰ ਥੋੜ੍ਹਾ ਆਪਣੇ ਵੱਲ ਖਿੱਚ ਕੇ ਕਿਹਾ, ਕਾਕੋ, ਤੂੰ ਡਰ ਨਾ, ਅਸੀਂ ਤੈਨੂੰ ਕਹਿੰਦੇ ਕੁਝ ਨਹੀਂ। ਤੇਰੇ ਸੋਹਣੇ ਅੱਖਰ ਵੇਖ ਕੇ ਮੈਂ ਬੜਾ ਖੁਸ਼ ਹੋਇਆ ਹਾਂ। ਤੂੰ ਇਹ ਕਿਸ ਕੋਲੋਂ ਸਿੱਖੇ ਨੇ? ਕੁੜੀ ਦੇ ਦਿਲ ਨੂੰ ਕੁਝ ਖਲੋੜ ਹੋਈ। ਉਸ ਨੂੰ ਬੋਲਣ ਦੀ ਵੀ ਸੰਗ ਹੋ ਰਹੀ ਸੀ। ਉਹ ਧੀਮੀ ਜਿਹੀ ਆਵਾਜ਼ ਵਿੱਚ ਬੋਲੀ, ਮੈਂ ਆਪੇ ਲਿਖਦੀ ਹੁੰਨੀ ਹਾਂ। ਬਚਨ ਸਿੰਘ ਹੁਣ ਤੱਕ ਹੈਰਾਨੀ ਨਾਲ ਇਹ ਸਭ ਕੁਝ ਵੇਖ ਰਿਹਾ ਸੀ। ਕੁੜੀ ਦੀ ਗੱਲ ਸੁਣ ਕੇ ਉਹ ਆਪ ਮੁਹਾਰੇ ਬੋਲ ਉੱਠਿਆ, ਆਪੇ ਲਿਖੇ ਨੇ? ਕਿਸੇ ਤੋਂ ਸਿੱਖੇ ਨਹੀਂ? ਕੁੜੀ ਨੇ ਨਹੀਂ ਉੱਤਰ ਦਿੱਤਾ।
ਸੁਣ ਕੇ ਦੋਹਾਂ ਨੂੰ ਹੱਦੋਂ ਬਾਹਰ ਖੁਸ਼ੀ ਹੋਈ। ਗਿਆਨੀ ਜੀ ਨੇ ਫਿਰ ਪੁੱਛਿਆ, ਤੈਨੂੰ ਇਹਨਾਂ ਅੱਖਰਾਂ ਦੇ ਨਾਂ ਆਉਂਦੇ ਨੇ? ਆਹੋ ਜੀ, ਸੁਣਾ ਖਾਂ। ਕੁੜੀ ਨੇ ਰਵੀ ਜਿਹੀ ਚਾਲ ਨਾਲ 35 ਪੜ੍ਹ ਲਈ ਤੇ ਫਿਰ ਬੋਲੀ, ਜੀ ਮੈਨੂੰ ਮੁਹਾਰਨੀ ਵੀ ਆਉਂਦੀ ਹੈ। ਗਿਆਨੀ ਹੋਰਾਂ ਬਚਨ ਸਿੰਘ ਵੱਲ ਤੱਕ ਕੇ ਕਿਹਾ, ਬਚਨ ਸਿੰਘ ਜੀ, ਲਿਖਣ ਦਾ ਵੱਲ ਤਾਂ ਭਲਾ ਇੰਨੇ ਵਰਕੇ ਤੋਂ ਸਿੱਖ ਲਿਆ ਸਹੀ, ਪਰ ਪੜ੍ਹਨਾ? ਕੁੜੀ ਬੋਲੀ, ਜੀ ਮੁੰਡੇ ਕੁੜੀਆਂ ਰੋਜ਼ ਲਾਡੇ ਵੇਲੇ ਮੁਹਾਰਨੀਆਂ ਬੁਲਾਉਂਦੇ ਹੁੰਦੇ ਨੇ, ਮੈਂ ਸੁਣਦੀ ਰਹਿੰਦੀ ਹਾਂ। ਗਿਆਨੀ ਜੀ ਨੇ ਉਸ ਦੀ ਪਿੱਠ 'ਤੇ ਹੱਥ ਫੇਰਦਿਆਂ ਹੋਇਆ ਕਿਹਾ, ਸ਼ਾਬਾਸ਼ ਬੱਚੀ, ਸ਼ਾਬਾਸ਼, ਤੂੰ ਬੜੀ ਅਕਲ ਵਾਲੀ ਹੈ। ਲੈ ਮੈਂ ਤੈਨੂੰ ਕਾਇਦਾ ਪੱਟੀ ਲਿਆ ਦੇਣਾ ਵਾਂ, ਤੂੰ ਪੜ੍ਹਿਆ ਕਰ। ਤੇਰਾ ਨਾਂ ਕੀ ਹੈ ਪੁੱਤ? ਜੀ ਸੁੰਦਰੀ। ਬਚਨ ਸਿੰਘ ਬੋਲਿਆ, ਬਾਬਾ ਜੀ ਇਹ ਤਾਂ ਸ਼ਾਇਦ ਅਛੂਤਾਂ ਦੀ ਕੁੜੀ ਜੇ, ਤੁਸੀਂ ਇਸ ਨੂੰ ਇਸ ਤਰ੍ਹਾਂ ਬੇਖਟਕੇ ਛੂਹ ਰਹੇ ਹੋ। ਮੈਨੂੰ ਤਾਂ ਇਸ ਗੱਲ ਦਾ ਵਿਚਾਰ ਨਹੀਂ, ਪਰ ਪਿੰਡ ਦੇ ਲੋਕੀ ਬੜੇ ਕੱਬੇ ਨੇ। ਗਿਆਨੀ ਜੀ ਨੇ ਬੇਪਰਵਾਹੀ ਨਾਲ ਕਿਹਾ, ਜਿਉ ਇਹੋ ਜਿਹੀਆਂ ਹੋਣਹਾਰ ਬੱਚੀਆਂ ਨੂੰ ਛੂਹਣ ਤੇ ਵਿੱਦਿਆ ਦੇਣ ਤੋਂ ਰੋਕਦੇ ਨੇ ਤਾਂ ਇਹ ਉਹਨਾਂ ਦਾ ਅਨਿਆਂ ਹੈ। ਮੈਨੂੰ ਅਜਿਹੇ ਲੋਕਾਂ ਦੀ ਕੋਈ ਪਰਵਾਹ ਨਹੀਂ। ਬਚਨ ਸਿੰਘ ਹੋਰ ਕੁਝ ਨਾ ਬੋਲਿਆ। ਗਿਆਨੀ ਜੀ ਨੇ ਅੰਦਰ ਜਾ ਕੇ ਕਾਇਦਾ ਪੱਟੀ ਤੇ ਕਲਮ ਦਵਾਤ ਲਿਆ ਕੇ ਕੁੜੀ ਦੇ ਹਵਾਲੇ ਕਰਦਿਆਂ ਹੋਇਆ ਕਿਹਾ, ਲੈ ਪੁੱਤ, ਰੋਜ਼ ਨੇਮ ਨਾਲ ਪੜ੍ਹਿਆ ਲਿਖਿਆ ਕਰ। ਜੇ ਤੇਰਾ ਜੀ ਕਰੇ ਤਾਂ ਇੱਥੇ ਆ ਕੇ ਪੜ੍ਹ ਜਾਇਆ ਕਰ। ਕੁੜੀ ਨੇ ਇਹ ਚੀਜ਼ਾਂ ਲਈਆਂ ਤੇ ਇਹ ਪਿਆਰ ਭਰੇ ਵਾਕ ਸੁਣੇ। ਕਿਸ ਤਰ੍ਹਾਂ? ਜਿਸ ਤਰ੍ਹਾਂ ਕਿਸੇ ਜਨਮ ਦੇ ਅੰਨੇ ਨੂੰ ਅੱਖਾਂ ਮਿਲ ਜਾਣ। ਇਸ ਤੋਂ ਬਾਅਦ ਸਭ ਆਪੋ ਆਪਣੇ ਰਾਹ ਪਏ। ਸੁੰਦਰੀ ਉੱਡਦੀ ਉੱਡਦੀ ਘਰ ਪੁੱਜੀ। ਚੱਲਦਾ ਦੋਸਤੋ, ਫਿਰ ਮਿਲਾਂਗੇ। ਜੁੜੇ ਰਹੋ ਸਾਡੇ ਚੈਨਲ ਲਿਸਨ ਐਂਡ ਲਰਨ ਨਾਲ। ਸ਼ੁਕਰੀਆ ਦੋਸਤੋ।